The earth needs you. This is the second lesson for the class 8th, the second part of this session. I am discuss in this session the full activity solution. In the previous video, we have discussing about their poem and their poem strangers, as well as we have solved their 5 activities, and I will giving their one activity as a homework. So now we have in this session we have to starting from the 6 activities solution. ਮੈਂ ਸੁਰਿੰਦਰ ਕੁਮਾਰ ਤੁਹਾਡਾ ਮੇਰੇ ਚੈਨਲ ਤੇ ਆਉਣ ਦਾ ਜੀ ਆਇਆਂ ਨੂੰ ਕਰਦੇ ਹਾਂ। ਅੱਜ ਅਸੀਂ ਫੇਰ ਤੋਂ ਜਿਹੜੀ ਹੋਈ ਵੀਡੀਓ ਇੱਕ ਅਸੀਂ ਚੱਲ ਰਹੀ ਸੀ ਇੱਕ ਸੈਸ਼ਨ ਦੀ, ਉਹਦੀ ਸੈਕਿੰਡ ਪਾਰਟ ਲੈ ਕੇ ਆਇਆ ਵਾਂ, ਅਰਥ ਨੀਡਸ ਯੂ। ਦੇਖਦੇ ਹਾਂ ਅੱਜ ਇਹਦੀ ਜਿਹੜੀ 6th ਐਕਟੀਵਿਟੀ ਜਿਹੜੀ ਮੈਂ ਤੁਹਾਡੇ ਲਈ ਹੋਮਵਰਕ ਦਿੱਤੀ ਸੀਗੀ ਉਹ ਸਾਰੇ ਬੱਚਿਆਂ ਨੇ ਆਈ ਹੋਪ ਕਰ ਲਈ ਹੋਣੀ ਆ। ਉਹਦਾ ਹੁਣ ਸੋਲੂਸ਼ਨ ਜਿਹੜਾ ਮੈਂ ਤੁਹਾਡੇ ਕੋਲ ਪਾਉਣ ਜਾ ਰਿਹਾ। ਉੱਪਰ ਦਿੱਤਾ ਹੋਇਆ ਜਿਵੇਂ ਗਿਵਨ ਸੀ ਵਰਡਸ ਕੈਟਲਾਈਜ਼ ਕਰਨੇ ਸੀਗੇ ਤੁਸੀਂ, ਨਾਊਨ ਪ੍ਰਨਾਊਨ ਐਡਜੈਕਟਿਵ ਵਰਬਸ ਐਡਵਰਬਸ ਪ੍ਰੈਪੋਜੀਸ਼ਨਸ ਕੰਜੰਕਸ਼ਨ ਔਰ ਐਕਸਕਲਾਮੇਸ਼ਨ, ਇਹ ਸਾਰਿਆਂ ਦੇ ਵਿੱਚ ਤੁਸੀਂ ਕੀ ਕਰਨੇ ਸੀਗੇ, ਇਹਨਾਂ ਵਿੱਚੋਂ ਵਰਡ ਚੂਜ਼ ਕਰਕੇ ਉੱਥੇ ਲਿਖਣੇ ਸੀਗੇ। ਇਹ ਐਕਟੀਵਿਟੀ ਸੀਗੀ ਡਿਫਰੈਂਟ 8 ਟਾਈਪਸ ਦੇ ਜਿਹੜੇ ਸੈਂਟੈਂਸ ਸੀਗੇ ਜਾਂ 8 ਟਾਈਪਸ ਦੇ ਜਿਹੜੇ ਵਰਡ ਸੀਗੇ ਉਹ ਇਨਕਲੂਡ ਸੀਗੇ, ਤਾਂ ਤੁਸੀਂ ਉਹਨੂੰ ਸੈਪਰੇਟ ਕਰਨਾ ਸੀ। ਦੇਖੋ ਆਹ ਦੇਖੋ ਮੈਂ ਹੁਣ ਇਹਨੂੰ ਸੈਪਰੇਟ ਕੀਤਾ ਵਾ, 8 ਦੀ 8 ਐਕਟੀਵਿਟੀਜ਼ ਨੂੰ ਆਨਸਰ ਦਿੱਤਾ ਵਾ। ਦੇਖੋ ਜਾਂ ਨਾਊਨ ਪੈਨ ਡੌਗ ਮਿਊਜ਼ਿਕ ਟੀਚਰ ਜੌਨ ਟਾਊਨ ਐਂਡ ਲੰਡਨ, ਇਹ ਸਾਰੇ ਨਾਊਨ ਨੇ ਕਿਉਂਕਿ ਇਹ ਪਲੇਸ ਦਾ ਨਾਮ ਨੇ, ਈਵਨ ਕਿਸੇ ਪਰਸਨ ਦਾ, ਈਵਨ ਡੌਗ ਦਾ ਜਾਂ ਥਿੰਗਸ ਦਾ ਜਿਹੜਾ ਨਾਮ ਆ। ਪ੍ਰੋਨਾਊਨਸ ਵਿਚ ਹੈਜ਼ ਬੀਨ ਰਿਪਲੇਸ ਟੂ ਦੀ ਨਾਊਨ, ਜਿਹੜੇ ਨਾਊਨ ਨੂੰ ਰਿਪਲੇਸ ਕਰਦੇ ਉਹਨੂੰ ਪ੍ਰੋਨਾਊਨ ਕਿਹਾ ਜਾਂਦਾ, ਲਾਈਕ ਯੂ ਹੀ ਸ਼ੀ ਯੂਅਰ ਵੀ ਦੇ ਆਈ। ਉਸ ਤੋਂ ਬਾਅਦ ਐਡਜੈਕਟਿਵ ਜਿਹੜੀ ਕਿਸੇ ਚੀਜ਼ ਦੀ ਕੁਆਲਿਟੀ ਦੱਸਣ, ਜਿਵੇਂ ਬਿਗ ਰੈਡ ਦੈਨ ਗੁੱਡ ਇੰਟਰਸਟਿੰਗ ਸਮ। ਦੈਨ ਨੈਕਸਟ ਇਜ਼ ਵਰਬਸ ਕਿਹੜੀਆਂ ਹੁੰਦੀਆਂ ਨੇ ਜਿਹੜੀਆਂ ਕਿ ਕਿਰਿਆ ਕਰਦੀਆਂ ਨੇ, ਜਾਣੀ ਕਿ ਵਿਚ ਹੈਜ਼ ਬੀਨ ਐਕਸਪਲੇਨ ਟੂ ਦੀ ਵਾਟ ਇਜ਼ ਦੀ ਵਰਕ ਡਨ, ਵੀ ਕਿਹੜਾ ਵਰਕ ਕਰ ਰਹੇ ਨੇ ਜਾਂ ਕਿਹੜੇ ਵਰਕਸ ਨੂੰ ਕਰ ਲਿਆ ਵਾ ਉਹਦੇ ਬਾਰੇ ਦੱਸਦੀਆਂ ਹੋਣ, ਉਹਨੂੰ ਅਸੀਂ ਕਹਿੰਦੇ ਹਾਂ ਵਰਬਸ। ਲਾਈਕ ਟੂ ਬੀ ਹੈਵ ਡੂ ਲਾਈਕ ਵਰਕ ਸਿੰਗ ਕੈਨ ਮਸਟ। ਦੈਨ ਐਡਵਰਬਸ ਵਿਚ ਹੈਜ਼ ਬੀਨ ਵਰਕਿੰਗ ਲਾਈਕ ਆ ਵਰਬਸ, ਵੀ ਜਿਹੜੀਆਂ ਵਰਬਸ ਦੀ ਤਰ੍ਹਾਂ ਵਰਤਦੇ ਨੇ ਇਹਨੂੰ ਕਿਰਿਆ ਵਿਸ਼ਲੇਸ਼ਣ ਕਿਹਾ ਜਾਂਦਾ। ਜਾਂ ਉਹਦੇ ਵਿੱਚ ਕੀ ਆਏਗਾ, ਜਿਵੇਂ ਬੈਡਲੀ ਥਰੂ ਆਊਟ ਕੁਇਕਲੀ ਸਾਇਲੈਂਟਲੀ ਵੈਲ ਵੈਰੀ ਰੀਅਲੀ ਹਾਊਐਵਰਸ ਨਾਈਦਰ ਲੈਸ ਦੈਨ ਵੈਨ। ਅਤੇ ਲਾਸਟ ਫਿਰ ਉਸ ਤੋਂ ਬਾਅਦ ਹੈ ਪ੍ਰੈਪੋਜੀਸ਼ਨਸ, ਜਿਹੜੇ ਕਿ ਨਾਊਨ ਅਤੇ ਪ੍ਰੋਨਾਊਨਸ ਵਿੱਚ ਰਿਲੇਸ਼ਨਸ਼ਿਪ ਕ੍ਰੀਏਟ ਕਰਦੀਆਂ ਨੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪ੍ਰੋਨਾਊਨਸ। ਲਾਈਕ ਦੈਟ ਯੂ ਐਟ ਔਨ ਐਂਡ ਅਰਾਊਂਡ ਓਵਰ ਆਫ ਇਨ ਵਿਦ ਫਰੋਮ ਬ੍ਰੈਥ ਬਿਫੋਰ ਐਂਡ ਆਫਟਰ। ਐਂਡ ਦੈਨ ਨੈਕਸਟ ਹੈ ਕੰਜੰਕਸ਼ਨ, ਜਿਹੜੇ ਕਿ ਦੋ ਸੈਂਟੈਂਸਾਂ ਦੇ ਵਿੱਚ ਇੱਕ ਕਨੈਕਸ਼ਨ ਨੂੰ ਜੋੜਦੀਆਂ ਨੇ ਜਾਂ ਇੰਟਰਕਨੈਕਟ ਕਰਦੀਆਂ ਨੇ, ਦੈਟ ਇਜ਼ ਕਾਲਡ ਦੇਅਰ ਕੰਜੰਕਸ਼ਨ। ਦੈਟ ਐਂਡ ਵਟ ਆਲਦੋ then or therefore yet so for and when। ਲਾਸਟ ਵਨ ਇੰਟਰਜੈਕਸ਼ਨ ਲਾਈਕ ਆਊਚ ਹੀ ਊ ਵੋ, ਤਾਂ ਇਹ ਕੀ ਹੁੰਦੇ ਆ, ਇੰਟਰਜੈਕਸ਼ਨਸ ਹੁੰਦੇ ਆ। ਆਈ ਹੋਪ ਤੁਹਾਡਾ ਇਹ ਕਲੀਅਰ ਹੋਇਆ ਹੋਣਾ। ਉਸ ਤੋਂ ਬਾਅਦ ਦੇਖਦੇ ਹਾਂ ਨੈਕਸਟ ਸਾਡੇ ਕੋਲ ਕੈਟੇਗਰੀ ਆ ਰਹੀ ਹੈ 7th ਐਕਟੀਵਿਟੀਜ਼ ਵਿਚ ਹੈਜ਼ ਬੀਨ ਬੇਸਡ ਅਪॉन ਟੂ ਦੀਆਂ ਵਿਲੋ ਚਾਰਟਸ, ਰਾਈਟ ਦੀਆਂ sentences of the each part of the speech and give the space। you must have to underline the words representing their categories। ਤੁਸੀਂ ਕੁਝ ਵਰਡਸ ਲਿਖਣੇ ਨੇ ਇਹਨਾਂ ਐਕਟੀਵਿਟੀਜ਼ ਦੇ ਵਿੱਚ, ਅਤੇ ਇਹਨਾਂ ਦੇ ਵਿੱਚ ਜਿਹੜੇ ਉਹ ਵਰਡਸ ਨੇ ਉਹਨੂੰ ਅੰਡਰਲਾਈਨ ਕਰਨਾ ਵੀ ਨਾਊਨ ਕਿਹੜਾ ਵਾ, ਪ੍ਰੋਨਾਊਨ ਕਿਹੜਾ ਅਤੇ ਐਡਜੈਕਟਿਵ ਕਿਹੜਾ ਵਾ। ਅਤੇ ਹੋਰ ਵੀ ਨੇ ਇਸ ਤੋਂ ਇਲਾਵਾ ਤੁਸੀਂ ਦੱਸਣਾ ਹੈ ਕਿਹੜਾ ਵਾ ਵਰਬਸ ਕਿਹੜੇ ਆ, ਐਡਵਰਬ ਕਿਹੜੇ ਆ, ਪ੍ਰਪੋਜੀਸ਼ਨ ਕਿਹੜੀਆਂ ਨੇ, ਕੰਜੰਕਸ਼ਨ ਕਿਹੜੀਆਂ ਨੇ, ਇੰਟਰਜੈਕਸ਼ਨ ਕਿਹੜੀਆਂ ਨੇ। ਇਹ ਤੁਸੀਂ ਵਰਡ ਆਪਣੇ ਕੋਲੋਂ ਲਿਖਣੇ ਆ। ਦੇਖੋ ਹੁਣ ਮੈਂ ਇੱਥੇ ਕੁਝ ਕੁ ਵਰਡਸ ਲਿਖੇ ਨੇ ਅਤੇ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਆ। ਲਾਈਕ ਦੈਟ ਵੀ ਦ੍ਰਾਵਿਡ ਇਜ਼ ਅ ਫੁੱਟਬਾਲ ਪਲੇਅਰ, ਦੈਨ ਡ੍ਰੈਵਿਡ ਜਿਹੜਾ ਵਾ ਉਹ ਕੀ ਆ, ਨਾਊਨ ਆ। ਦੈਨ ਆਈ ਹੈਵ ਅ ਪੈਨ, ਪੈਨ ਜਿਹੜਾ ਵਾ ਉਹ ਨਾਊਨ ਆ। ਦੈਨ ਦਿਸ ਇਜ਼ ਅ ਪੋਇਮ, ਇਹ ਕੀ ਹੈ, ਇੱਕ ਪੋਇਮ ਹੈ, ਠੀਕ ਹੈ ਜੀ, ਇਹ ਵੀ ਮੇਰਾ ਕੀ ਆ, ਇੱਕ ਨਾਊਨ ਹੈਗਾ ਵਾ। ਉਸ ਤੋਂ ਬਾਅਦ ਪ੍ਰੋਨਾਊਨਸ ਵਿਚ ਹੈਜ਼ ਟੋਨੇਟ ਜਾਂ ਵਿਚ ਹੈਜ਼ ਬੀਨ ਰਿਪਲੇਸ ਦੀ ਆ ਨਾਊਨ, ਜਿਹੜੇ ਨਾਊਨ ਨੂੰ ਰਿਪਲੇਸ ਕਰਦੇ ਆ, ਲਾਈਕ ਹੀ ਇਜ਼ ਮਾਈ, ਮਾਈ ਇਜ਼ ਅ ਪ੍ਰੋਨਾਊਨ। ਦੈਨ ਸੈਕਿੰਡ ਹੈ ਆਈ ਇਜ਼ ਅ ਪ੍ਰੋਨਾਊਨ, ਆਈ ਹੈਵ ਅ ਬੁੱਕ, ਬੁੱਕ ਇਜ਼ ਨਾਊਨ ਬਟ, ਹੈ ਨਾ। ਦੈਨ ਦਿਸ ਇਜ਼ ਅ ਚੇਅਰ, ਦਿਸ ਇਜ਼ ਅ ਪ੍ਰੋਨਾਊਨ ਐਂਡ ਚੇਅਰ ਇਜ਼ ਅ ਨਾਊਨ। ਦੈਨ ਐਡਜੈਕਟਿਵ ਵਿਚ ਹੈਜ਼ ਬੀਨ ਸ਼ੋਇੰਗ ਦੇਅਰ ਕੁਆਲਿਟੀ ਐਂਡ ਜਿਹੜਾ ਕਿਸੇ ਦੀ ਵਿਸ਼ੇਸ਼ਤਾ ਦੱਸਦੀ ਹੋਵੇ, ਕੁਆਲਿਟੀ ਨੂੰ ਸ਼ੋ ਕਰਦਾ ਹੋਵੇ, ਦੈਟ ਇਜ਼ ਕਾਲਡ ਐਡਜੈਕਟਿਵ। ਲਾਈਕ ਦੈਟ ਹੀ ਇਜ਼ ਅ ਗੁੱਡ ਪੇਂਟਰ, ਹੀ ਪ੍ਰੋਨਾਊਨ, ਪੇਂਟਰ ਇਜ਼ ਨਾਊਨ, ਗੁੱਡ ਇਜ਼ adjective। then give me a red pen, pen is a noun, me is a pronoun and red is a adjective। ਉਸ ਤੋਂ ਬਾਅਦ this is an interesting story, then story is a noun,
this is a pronoun and interesting is a adjective, ਤਾਂ adjective ਨੂੰ ਅੰਡਰਲਾਈਨ ਕੀਤਾ। ਉਸ ਤੋਂ ਬਾਅਦ ਹੈ verb, he works hard, ਤਾਂ works ਕੀ ਆ, verb ਹੈ। ਉਸ ਤੋਂ ਬਾਅਦ can I do it, can and do, that is a verb। give me a chance, give is a verb। ਉਸ ਤੋਂ ਬਾਅਦ ਹੈ adverb, ਤੇ ਉਹ ਕੀ ਹੁੰਦਾ ਵਾ, ਜਿਵੇਂ he runs fast, fast is a adverb। he came in silently, that is a adverb। I will come tomorrow, ਤੇ I will come tomorrow ਇਹਦੇ ਵਿੱਚ ਜਿਹੜਾ tomorrow ਜਿਹੜਾ word ਆ that is a adjective, oh sorry adverb। ਉਸ ਤੋਂ ਬਾਅਦ preposition, preposition ਜਿਹੜੀ ਕਿ on, he is a on duty। write down in your sentence, in is a preposition। ਉਸ ਤੋਂ ਬਾਅਦ I am with you, with is a preposition। then ਉਸ ਤੋਂ ਬਾਅਦ conjunction ਹੈ I cannot come because I am busy, because is a conjunction which has been connecting their two sentences। he will read dash, he will read and answer the question, and is a conjunction that he is a capable but he will not to do, the what is a conjunction। and next one is interjection, like wo it is beautiful, oh I missed the chance, then hurry, that is a interjection। ਤੇ ਹੁਣ ਇਸ ਤੋਂ ਬਾਅਦ ਨੈਕਸਟ ਐਕਟੀਵਿਟੀ ਹੈ ਸਾਡੀ, ਉਹ ਹੈ ਸਾਡੀ ਲੈਟਰ ਦੇ ਉੱਤੇ। ਸਾਡੀ ਇੱਕ ਲੈਟਰ ਦਿੱਤੀ ਗਈ ਹੈ ਜਿਹੜੀ ਕਿ ਤੁਸੀਂ ਫੇਅਰ ਕਾਪੀ ਦੇ ਉੱਤੇ ਕਰਨੀ ਆ। ਅਤੇ ਲੈਟਰ ਹੈ ਸਾਡੇ ਕੋਲ ਬ੍ਰਦਰਸ ਮੈਰਿਜ ਦੀ ਇਨਵੀਟੇਸ਼ਨ ਦੇਣਾ ਵਾ, ਤਾਂ ਤੁਸੀਂ ਐਜ਼ ਇਟ ਇਜ਼ ਇਹਨੂੰ ਲਿਖਣਾ ਵਾ, ਡੇਟ ਆਪਣੇ ਕੋਲੋਂ ਲਿਖ ਸਕਦੇ ਹੋ ਤੁਸੀਂ। ਇਹਨੂੰ ਤੁਸੀਂ ਆਪਣੀ ਕਾਪੀ ਦੇ ਉੱਤੇ ਐਜ਼ ਇਟ ਇਜ਼ ਨੋਟ ਡਾਊਨ ਕਰਨੀ ਆ। ਇੱਕ ਟਾਸਕ ਮਿਲ ਰਹੀ ਆ ਤੁਹਾਨੂੰ ਲੈਟਰ ਦੇ ਰਿਗਾਰਡਿੰਗ, ਦੇਖੋ ਹੁਣ ਕੀ ਟਾਸਕ ਆ। ਤੁਸੀਂ ਕੀ ਆ, ਲੈਟਰ ਲਿਖਣੀ ਆ, ਰਾਈਟ ਅ ਲੈਟਰ ਟੂ ਯੂਅਰ ਫਰੈਂਡਸ, ਟੈਲ ਅਬਾਊਟ ਵਾਈ ਇਟ ਇਜ਼ ਇੰਪੋਰਟੈਂਟ ਟੂ ਸਟੋਪ ਦੀ ਸਿੰਗਲ ਯੂਜ਼ ਪਲਾਸਟਿਕ। ਕੀ ਕਾਰਨ ਆ ਵੀ ਸਾਨੂੰ ਸਿੰਗਲ ਯੂਜ਼ ਪਲਾਸਟਿਕ ਦਾ ਯੂਜ਼ ਨਹੀਂ ਕਰਨਾ ਚਾਹੀਦਾ, ਉਹਦੇ ਰੀਜ਼ਨ ਦੇਣੇ ਅਸੀਂ ਆਪਣੇ ਫਰੈਂਡਸ ਨੂੰ। ਇਹ ਪੂਰੀ ਲੈਟਰ ਇੱਥੇ ਤੁਸੀਂ ਲਿਖਣੀ ਆ, ਦੈਨ ਤੁਸੀਂ ਇਹ ਫਿਰ ਕਾਪੀ ਦੇ ਉੱਤੇ ਵੀ ਲਿਖਣੀ ਆ। ਮੈਂ ਪੂਰੀ ਲਿਖੀ ਆ, ਤੁਸੀਂ ਇੱਥੋਂ ਦੇਖ ਸਕਦੇ ਹੋ ਲਾਈਕ ਦਿਸ। ਵੀ ਕੋਈ ਵੀ ਐਡਰੈਸ ਦੇ ਦੇਣਾ ਆਪਣੇ ਕੋਲੋਂ, ਡੇਟ ਪਾ ਦੇਣੀ ਆ ਕੋਈ ਵੀ ਜਿਹੜੀ ਤੁਹਾਨੂੰ ਸਹੀ ਲੱਗਦੀ ਆ। ਦੈਨ ਮਿਸਟਰ ਸਮੀਰ, ਆਈ ਐਮ ਫਾਈਨ ਐਂਡ ਆਈ ਹੋਪ ਟੂ ਬੀ ਅ ਸੇਮ ਯੂ, ਵੀ ਤੁਸੀਂ ਫਾਈਨ, ਮੈਂ ਵੀ ਠੀਕ ਹਾਂ, ਆਈ ਹੋਪ ਤੁਸੀਂ ਵੀ ਠੀਕ ਹੀ ਹੋਵੋਗੇ। ਆਈ ਹੈਵ ਅ ਰੀਡ ਅ ਪੋਇਮ, ਮੈਂ ਇੱਕ ਪੋਇਮ ਰੀਡ ਕੀਤੀ ਆ। ਐਂਡ ਵਾਂਟ ਟੂ ਸ਼ੇਅਰ ਦੀ ਆਈਡੀਆ ਵਿਦ ਯੂ, ਅਤੇ ਮੈਂ ਉਹਦੇ ਥਰੂ ਇੱਕ ਆਈਡੀਆ ਜਿਹੜਾ ਵਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵਾਂ। ਆਈ ਹੈਵ ਫਾਊਂਡ ਦੈਟ ਦੇਅਰ ਇਜ਼ ਅ ਪ੍ਰੋਬਲਮ ਆਫ ਅ ਸਿੰਗਲ ਯੂਜ਼ ਪਲਾਸਟਿਕ ਗਾਰਬੇਜ, ਕਹਿੰਦੇ ਇੱਥੇ ਬਹੁਤ ਜ਼ਿਆਦਾ ਵੱਡੀ ਇੱਕ ਪ੍ਰੋਬਲਮ ਜਿਹੜੀ ਆ ਉਹ ਕ੍ਰੀਏਟ ਹੋ ਰਹੀ ਹੈ, ਜਿਹੜੀ ਕਿ ਇੱਕ ਟਾਈਮ ਯੂਜ਼ ਵਾਲੀ ਪਲਾਸਟਿਕ ਦਾ ਕੂੜਾ ਕਰਕਟ ਆ। ਡੇਲੀ ਵੀ ਯੂਜ਼ ਐਂਡ ਥਰੋ ਅਵੇ ਫਰੋਮ ਟੂ ਦੀ ਅ ਸਿੰਗਲ ਯੂਜ਼ ਪਲਾਸਟਿਕ ਆਈਟਮ, ਕਹਿੰਦੇ ਅਸੀਂ ਡੇਲੀ ਉਹਨਾਂ ਨੂੰ ਯੂਜ਼ ਕਰਦੇ ਹਾਂ ਅਤੇ ਉਹਨੂੰ ਸਿੱਟ ਦਿੰਦੇ ਹਾਂ ਇੱਕ ਸਿੰਗਲ ਯੂਜ਼ ਆਈਟਮ ਨੂੰ, ਪਲਾਸਟਿਕ ਨੂੰ। ਇਟ ਬਿਕੇਮਸ ਪਲਾਸਟਿਕ ਗਾਰਬੇਜ, ਕਹਿੰਦੇ ਇੱਕ ਤਰ੍ਹਾਂ ਦਾ ਪਲਾਸਟਿਕ ਦਾ ਕੂੜਾ ਬਣ ਜਾਂਦਾ ਵਾ। ਦਿਸ ਪਲਾਸਟਿਕ ਗਾਰਬੇਜ ਟਰੈਵਲ ਟੂ ਦੀ ਓਸ਼ਨ ਸੀਜ਼ ਰਿਵਰਸ, ਕਹਿੰਦੇ ਫਿਰ ਜਿਹੜੇ ਇਹ ਪਲਾਸਟਿਕ ਗਾਰਬੇਜ ਆ ਉਹ ਕੀ ਆ, ਸਮੁੰਦਰਾਂ, ਸਾਗਰਾਂ ਅਤੇ ਨਦੀਆਂ ਦੇ ਵਿੱਚ ਚਲਿਆ ਜਾਂਦਾ ਵਾ। ਇਟ ਕ੍ਰੀਏਟਸ ਦੀ ਹਾਰਮਫੁਲ ਪੋਲਿਊਟੈਂਟ, ਇਹ ਇੱਕ ਬਹੁਤ ਜ਼ਿਆਦਾ ਖਤਰਨਾਕ ਪੋਲਿਊਟੈਂਟ ਆ, ਯਾਨੀ ਕਿ ਪ੍ਰਦੂਸ਼ਕ ਕਾਰਕ ਆ। ਇਟ ਹਾਰਮਸ ਅਵਰ ਅਰਥ, ਇਹ ਸਾਡੀ ਅਰਥ ਨੂੰ ਵੀ ਬਹੁਤ ਖਰਾਬ ਕਰਦਾ। ਸੋ ਇਫ ਵੀ ਵਾਂਟ ਟੂ ਸੇਵ ਅਵਰ ਅਰਥ, ਜੇਕਰ ਤੁਸੀਂ ਚਾਹੁੰਦੇ ਹੋ ਵੀ ਅਸੀਂ ਆਪਣੀ ਧਰਤੀ ਨੂੰ ਬਚਾਈਏ, ਵੀ ਸ਼ੁੱਡ ਸਟੋਪ ਯੂਜ਼ਿੰਗ ਦੀ ਸਿੰਗਲ ਯੂਜ਼ ਪਲਾਸਟਿਕ, ਤਾਂ ਅਸੀਂ ਜਿਹੜੀ ਸਿੰਗਲ ਯੂਜ਼ ਪਲਾਸਟਿਕ ਆ ਉਹਨੂੰ ਯੂਜ਼ ਕਰਨਾ ਛੱਡ ਦਈਏ। we should use the paper and fabric bags। I hope you will be agree with my ideas, your friends ਅਜੇ, ਕਹਿੰਦੇ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਕਿ ਅਸੀਂ ਇਹ ਸਿੰਗਲ ਯੂਜ਼ ਪਲਾਸਟਿਕ ਜਿਹੜੀ ਆ ਉਹਨੂੰ ਯੂਜ਼ ਕਰਨਾ ਛੱਡ ਦਈਏ ਅਤੇ ਉਹਦੀ ਜਗ੍ਹਾ 'ਤੇ ਫੈਬਰਿਕ ਬੈਗ ਯੂਜ਼ ਕਰੀਏ ਤਾਂ ਕਿੰਨਾ ਵਧੀਆ ਹੋਵੇ। ਆਈ ਹੋਪ ਤੁਸੀਂ ਮੇਰੇ ਜਿਹੜਾ ਆਈਡੀਆ ਵਾ ਉਸ ਦੇ ਨਾਲ ਸਹਿਮਤ ਹੋਵੋਗੇ। ਫਰੈਂਡ ਦਾ ਨਾਮ ਕੋਈ ਵੀ ਲਿਖ ਸਕਦੇ ਹੋ, ਯੂਅਰ ਫਰੈਂਡਸ ਅਜੇ। ਤਾਂ ਇਸ ਦੇ ਨਾਲ ਜਿਹੜੀ ਤੁਹਾਡੀ ਐਕਟੀਵਿਟੀ ਆ ਉਹ ਸਾਰੀ ਕੰਪਲੀਟ ਹੋ ਗਈ ਆ, ਅਤੇ ਅਸੀਂ ਜਿੰਨੇ ਵੀ ਟਾਸਕ ਸੀ, ਜਾਣੀ ਕਿ ਸੈਕਿੰਡ ਪੋਇਮ ਦੀ ਜਿਹੜੀ ਟਾਸਕ ਸੀ ਉਹ ਕੰਪਲੀਟ ਕਰ ਚੁੱਕੇ ਹਾਂ। 2-3 ਟੌਪਿਕ ਛੱਡੇ ਗਏ ਨੇ, ਉਹ ਛੱਡਣ ਦਾ ਰੀਜ਼ਨ ਸੀ ਉਹਦੇ ਵਿੱਚ ਸਾਡੇ ਕੋਲ ਇੱਕ ਸਪੀਕਿੰਗ ਦੇ ਜਿਹੜੇ ਵਰਡ ਸੀਗੇ ਅਤੇ ਲਿਸਨਿੰਗ ਦੇ ਸੀਗੇ 2-4, ਉਹ ਸਾਨੂੰ ਇਨਕਲੂਡ ਸੀਗੇ। ਦੈਨ ਉਹਦਾ ਸਲਿਊਸ਼ਨ ਜਦੋਂ ਵੀ ਸਾਡੇ ਕੋਲ ਆਡੀਓ ਜਾਂ ਕੁਛ ਵੀ ਚੀਜ਼ ਅਵੇਲੇਬਲ ਹੋਏਗੀ ਦੈਨ ਅਸੀਂ ਪਾਵਾਂਗੇ। ਅਦਰਵਾਈਜ਼ ਆ ਤੁਹਾਨੂੰ ਸੈਸ਼ਨ ਆਈ ਹੋਪ ਤੁਹਾਨੂੰ ਬਹੁਤ ਜ਼ਿਆਦਾ ਹੈਲਪਫੁਲ ਹੋਏਗਾ, ਈਵਨ ਤੁਹਾਡੀ ਸਟੱਡੀਜ਼ ਦੇ ਵਿੱਚ ਵੀ। ਤਾਂ ਤੁਸੀਂ ਇਹਨੂੰ ਜ਼ਰੂਰ ਦੇਖੋ ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਨੌਲੇਜ ਆ ਉਹ ਗੇਨ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰੋ, ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਥੈਂਕਸ ਅ ਲੋਟ।